ਅਸੀਂ ਗੱਲ ਕਰੀਏ ਪਿੰਡ ਦਾ ਹਾਲ ਕਿੱਥੋਂ ਸ਼ੁਰੂ ਹੋਇਆ ਸੀ ਤੇ ਅੱਜ ਕਿਵੇਂ ਦਾ ਤਾਂ ਉਹ ਜਦੋਂ ਪੁਰਾਣੀਆਂ ਤਸਵੀਰਾਂ ਤੁਸੀਂ 2016 17 18 ਜਾਂ 19 ਦੀਆਂ ਦੇਖੋਗੇ ਤਾਂ ਫਿਰ ਆਪਾਂ ਭਲੇ ਹੀ ਕੰਪੈਰੀਜ਼ਨ ਕਰ ਲੈਂਦੇ ਆ ਕਿ ਕਿੰਨਾ ਕੰਮ ਹੋਇਆ ਔਰ ਕਿੰਨਾ ਸੁਧਾਰ ਹੋਇਆ। ਤੇ ਇੱਕ ਹੁੰਦਾ ਕਿ ਬਦਲਾਅ ਪੈਸੇ ਦੇ ਜ਼ੋਰ ਨਾਲ ਕਰ ਲਈਏ ਪਰ ਸਾਨੂੰ ਦਿੱਕਤਾਂ ਬਹੁਤ ਆਈਆਂ ਕਿਉਂਕਿ ਪੈਸਾ ਹੈ ਨਹੀਂ ਸੀਗਾ, ਸਰਕਾਰਾਂ ਨੇ ਪੈਸਾ ਦਿੱਤਾ ਨਹੀਂਗਾ ਕਿਉਂਕਿ ਉਹਨਾਂ ਦਾ ਆਪਣਾ ਹੀ ਢਿੱਡ ਨਹੀਂ ਭਰਿਆ। ਸੋ ਪਿੰਡਾਂ ਦੀ ਤਾਂ ਉਹਨਾਂ ਨੂੰ ਸਾਰ ਹੀ ਨਹੀਂ ਲਈ ਉਹਨਾਂ ਨੇ। ਸੋ ਪਿਛਲੀ ਜਿਹੜੀ ਸਰਕਾਰ ਲੰਘੀ ਕਾਂਗਰਸ ਦੀ, ਕਿਉਂਕਿ ਸਿੱਖ ਧਰਮ ਦਾ ਸਭ ਤੋਂ ਜਿਹੜਾ ਮੇਨ ਮਕਸਦ ਹੈ ਸਰਬੱਤ ਦੇ ਭਲੇ ਦਾ। ਸੋ ਸਾਨੂੰ ਗੁੜਤੀ 'ਚ ਮਿਲਿਆ ਕਿ ਅਸੀਂ ਬਿਨਾਂ ਕਿਸੇ ਧਰਮ ਵਿਤਕਰੇ ਤੋਂ ਅਸੀਂ ਜਿੱਥੇ ਵੀ ਕਿਤੇ ਹੁੰਦਾ ਤਾਂ ਸਾਡਾ ਜਿਹੜੀ ਕੌਮ ਹੈ ਉਹ ਆਪਣਾ ਯੋਗਦਾਨ ਪਾਉਂਦੀ ਹੈ। ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੀਆਂ ਪੀੜ੍ਹੀਆਂ ਨੂੰ ਇਹਨਾਂ ਗੱਲਾਂ ਤੋਂ ਦੂਰ ਰੱਖਿਆ। ਉਹ ਚਾਹੇ ਕਿਤਾਬਾਂ ਦੇ ਜ਼ਰੀਏ ਲਾ ਲਈਏ, ਚਾਹੇ ਸੱਭਿਆਚਾਰ ਐਕਟੀਵਿਟੀਜ਼ ਦੇ ਜ਼ਰੀਏ ਲਾ ਲਈਏ, ਸੀਵਰੇਜ ਦਾ ਕੰਮ ਸੀਗਾ, ਸਿਕਿਉਰਿਟੀ ਕੈਮਰੇਜ਼ ਦਾ ਕੰਮ ਸੀਗਾ, ਵਾਤਾਵਰਣ ਦੇ ਨਾਲ ਸੰਬੰਧਿਤ ਕੰਮ ਸੀਗੇ, ਉਹ ਕੀਤੇ ਆ। ਹੁਣ ਅਸੀਂ ਸਕੂਲ ਦੇ ਵਿੱਚ ਪਾਰਕ ਬਣਾ ਰਹੇ ਹਾਂ, ਉਹਦੇ ਕਮਰੇ ਵਗੈਰਾ ਬਣੇ ਆ ਔਰ ਉੱਥੇ ਆਂਗਨਵਾੜੀ ਸੈਂਟਰ ਹੈ, ਉਹਦਾ ਬਾਥਰੂਮ ਵਗੈਰਾ ਸਟੋਰ ਵਗੈਰਾ ਉਹ ਅਸੀਂ ਨਾਲ ਕਰ ਰਹੇ ਹਾਂ। ਪਰ ਜਿਹੜਾ ਮੈਡੀਕਲ ਦਾ ਕੰਮ ਰਹਿ ਜਾਂਦਾ, ਜਦੋਂ ਅਸੀਂ ਇੱਧਰੋਂ ਵਿਹਲੇ ਹੋਵਾਂਗੇ ਤਾਂ ਫਿਰ ਅਸੀਂ ਮੈਡੀਕਲ ਸਮੇਂ ਦੇ ਉੱਤੇ ਮੈਡੀਕਲ ਜਿਹੜੀ ਅਵੇਅਰਨੈਸ ਹੈ ਉਹ ਜ਼ਰੂਰ ਲੋਕਾਂ ਨੂੰ ਪ੍ਰਦਾਨ ਕਰਾਂਗੇ। ਚਿੱਟਾ ਤਾਂ ਹੀ ਵਿਕ ਜਾਏ ਸਰਕਾਰਾਂ ਵਿਕਾਉਂਦੀਆਂ। ਸੋ ਹੈ ਹੀ ਅੱਜ ਦੇ ਘੜੀ 'ਚ ਤਾਂ ਤੁਸੀਂ ਕਹਿ ਸਕਦੇ ਹੋ ਜੇ ਸਾਡੇ ਪਿੰਡ ਨਹੀਂ ਹੈਗਾ ਤਾਂ ਆਲੇ ਦੁਆਲੇ ਦੇ ਪਿੰਡ ਵੀ ਤਾਂ ਸਾਡੇ ਹੀ ਨੇ। ਸੋ ਚਿੱਟਾ ਛੱਡ ਕੇ ਨਸ਼ਾ ਕੋਈ ਵੀ ਹੈ, ਜਦੋਂ ਸਰਕਾਰ ਉਹਨੂੰ ਰੋਕਣਾ ਹੀ ਨਹੀਂ ਚਾਹੁੰਦੀ ਤਾਂ ਫਿਰ ਹੋਏਗਾ ਹੀ। ਸੋ ਇਹ ਨਸ਼ਾ ਕਹਿ ਲਓ, ਬੇਰੁਜ਼ਗਾਰੀ ਕਹਿ ਲਓ, ਇਹਨੂੰ ਖਤਮ ਕੀਤਾ ਜਾ ਰਿਹਾ। ਨਹੀਂ ਤਾਂ ਪੰਜਾਬ ਇੱਕ ਇਹੋ ਜਿਹੀ ਧਰਤੀ ਹੈ ਜਿੱਥੇ 12 ਮਹੀਨੇ ਪ੍ਰੋਡਕਸ਼ਨ ਹੁੰਦੀ ਹੈ। ਸੋ ਇੱਥੇ ਬੇਰੁਜ਼ਗਾਰੀ ਤਾਂ ਪੈਦਾ ਹੀ ਨਹੀਂ ਹੋ ਸਕਦੀ। ਕਿਸੇ ਅਨਪੜ੍ਹ ਬੰਦੇ ਦੇ ਹੱਥ ਤੁਸੀਂ ਵਾਗਡੋਰ ਦੇ ਦਿੰਦੇ ਹੋ ਔਰ ਉਹਦੇ ਤੋਂ ਐਕਸਪੈਕਟ ਕਰਦੇ ਹੋ ਕਿ ਤੁਹਾਨੂੰ MBA ਕਰਾ ਦੂਗਾ, ਤਾਂ ਸ਼ਾਇਦ ਉਹ ਨਹੀਂ ਕਰਾ ਸਕਦਾ। ਸੋ ਲੋਕਾਂ ਨੂੰ ਪਹਿਲਾਂ ਸੋਚਣਾ ਪਊਗਾ ਵੀ ਅਸੀਂ ਜਿਹਦੇ ਹੱਥ ਦੇ ਵਿੱਚ ਪਿੰਡ ਦੀ ਕਮਾਂਡ ਦੇਣ ਲੱਗੇ ਆ ਉਹ ਤੇ ਬਰਾਬਰ ਹੈਗਾ। ਕੀ ਹਾਲ ਆ ਪਿੰਡਾਂ ਵਾਲਿਓ? ਅੱਜ ਅਸੀਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਜੋ ਕਿ ਹੋਤੀਪੁਰ ਦੇ ਵਿੱਚ ਪਹੁੰਚੇ ਹੋਏ ਹਾਂ। ਇੱਥੋਂ ਦਾ ਪਿੰਡ ਬਹੁਤ ਹੀ ਖੂਬ ਬਣਾਇਆ ਹੋਇਆ, ਸਾਰੀ ਦੇਣਕੀ ਦੀ ਹੈ ਸਰਪੰਚ ਦੀ, ਜਿਨ੍ਹਾਂ ਦੀ ਸੋਚ ਵੱਖਰੀ ਹੋ ਗਈ। ਤਾਂ ਜਦੋਂ ਪਿੰਡ ਦੇ ਵਿੱਚ ਕੋਈ ਐਂਟਰ ਹੁੰਦਾ ਤਾਂ ਇੰਝ ਲੱਗਦਾ ਕਿ ਬਾਹਰਲੇ ਦੇਸ਼ ਦੇ ਵਿੱਚ ਆ ਗਏ। ਇਤਿਹਾਸ ਦੇ ਨਾਲ ਜੁੜਦਾ ਹੈ ਪਿੰਡ, ਵੱਖ-ਵੱਖ ਤਸਵੀਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ, ਕਿਉਂਕਿ ਇਤਿਹਾਸ ਇਸ ਕਦਰ ਕਹਿ ਰਿਹਾ ਕਿਉਂਕਿ ਅਗਰ ਜੇ ਗੱਲ ਕੀਤੀ ਜਾਵੇ ਗੁਰੂ ਨਾਨਕ ਦੇਵ ਜੀ, ਉਹਨਾਂ ਦੀਆਂ ਵੀ ਤਸਵੀਰਾਂ, ਉਹਨਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ, ਹੋਰ ਜਿਹੜੇ ਪੀਰ ਪੈਗੰਬਰ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਇੱਥੇ ਲੱਗੀਆਂ ਮਿਲਣਗੀਆਂ। ਅਗਰ ਜੇ ਕੋਈ ਸਿੱਖ ਯੋਧੇ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਅਗਰ ਜੇ ਕੋਈ ਹੋਰ ਨਾਮੀ ਹਸਤੀਆਂ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਇਸ ਪਿੰਡ ਦੇ ਵਿੱਚ ਵਾਕਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ। ਇੱਕ ਵਾਰੀ ਤਸਵੀਰ ਮੈਂ ਤੁਹਾਨੂੰ ਜਿਵੇਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਦੇਖ ਕੇ ਐਂ ਲੱਗਦਾ ਕਿ ਵਾਕਈ ਬਾਹਰਲੀ ਇੱਕ ਧਰਤੀ ਦੇ ਉੱਤੇ ਆ ਗਿਆ, ਕਿ ਫੋਰਨ ਦੇਸ਼ ਦੇ ਵਿੱਚ ਆ ਗਿਆ, ਕਿ ਕਿਸ ਕਦਰ ਸਰਪੰਚ ਸਾਹਿਬ ਨੇ ਇੱਥੇ ਜੋ ਕਿ ਇਸ ਨੂੰ ਸਭ ਚੀਜ਼ ਨੂੰ ਬਣਾਇਆ। ਤਾਂ ਗੱਲਬਾਤ ਕਰਦੇ ਹਾਂ, ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਹੋਤੀਪੁਰ ਦੇ। ਤਾਂ ਇਹਨਾਂ ਨੇ ਬਾਹਰ ਵੀ ਰਿਹਾ, ਬਾਹਰ ਜਾ ਕੇ ਵੀ ਕੁਝ ਸਮਾਂ ਐਕਸੈਪਟ ਕੀਤਾ ਕਿ ਕਿਸ ਤਰ੍ਹਾਂ ਉੱਥੇ ਕੈਚਿੰਗ ਕੀਤੀ, ਪਾਵਰ ਜੋ ਵੀ ਦੇਖਣ ਨੂੰ ਮਿਲਿਆ ਉੱਥੇ। ਤਾਂ ਇੱਥੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਬਾਖੂਬੀ ਤਰੀਕੇ ਦੇ ਨਾਲ ਲੱਗੀ ਹੋਈ ਹੈ। ਤਾਂ ਲੋਕ ਬੱਚੇ ਇਹਨੂੰ ਦੇਖ ਕੇ ਸਿੱਖਦੇ ਵੀ ਹੈ ਬਹੁਤ ਕੁਝ, ਕਿ ਆਪਣੇ ਇਤਿਹਾਸ ਦੇ ਨਾਲ ਜੁੜੇ ਹੋਏ ਨੇ। ਸਰਪੰਚ ਸਾਹਿਬ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਪੰਚ ਸਾਹਿਬ ਜੀ, ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਦਾ ਸਵਾਗਤ ਹੈ ਰੋਜ਼ਾਨਾ ਸਪੋਰਟਸ। ਠੀਕ ਠਾਕ ਹੈ? ਬਿਲਕੁਲ ਜੀ, ਬਹੁਤ ਵਧੀਆ। ਸਰਪੰਚ ਸਾਹਿਬ, ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਦੋਂ ਵੀ ਕੋਈ ਅੰਦਰ ਆਉਂਦਾ ਤਾਂ ਪਿੰਡ ਦੇ ਵਿੱਚ ਇੱਕ ਵਾਰ ਤਾਂ ਐਂ ਲੱਗਦਾ ਕਿ ਬਾਹਰਲੇ ਦੇਸ਼ ਦੇ ਵਿੱਚ ਆ ਗਏ। ਲੋਕ ਕਈ ਵੀ ਆਉਂਦੇ ਕਿਉਂਕਿ ਪਿੰਡਾਂ ਦੇ ਹਾਲ ਪਤਾ ਹੈ ਕਿਵੇਂ ਦੇ ਨੇ। ਤਾਂ ਉਸ ਦੇ ਵਿੱਚ ਸਾਡਾ ਇਹੀ ਹੈ ਕਿ ਲੋਕਾਂ ਨੂੰ ਪੁੱਛਦਾ ਪਿੰਡਾਂ ਦੇ ਹਾਲ ਕੀ ਹੈ, ਤਾਂ ਤੁਹਾਡੇ ਪਿੰਡ ਦਾ ਕੀ ਹਾਲ ਅਸਲ ਦੇ ਵਿੱਚ? ਤੁਸੀਂ ਵੇਖ ਹੀ ਰਹੇ ਹੋ ਜੀ, ਪਿੰਡ ਦਾ ਹਾਲ ਬਦਲ ਰਿਹਾ ਕਿਉਂਕਿ ਕੰਮਾਂ ਨੂੰ ਸਮਾਂ ਵੀ ਲੱਗਦਾ ਜੀ। ਤੇ ਜੇ ਅਸੀਂ ਗੱਲ ਕਰੀਏ ਪਿੰਡ ਦਾ ਹਾਲ ਕਿੱਥੋਂ ਸ਼ੁਰੂ ਹੋਇਆ ਸੀ ਤੇ ਅੱਜ ਕਿਵੇਂ ਦਾ, ਤਾਂ ਉਹ ਜਦੋਂ ਪੁਰਾਣੀਆਂ ਤਸਵੀਰਾਂ ਤੁਸੀਂ 2016 17 18 ਜਾਂ 19 ਦੀਆਂ ਦੇਖੋਗੇ ਤਾਂ ਫਿਰ ਆਪਾਂ ਭਲੇ ਹੀ ਕੰਪੈਰੀਜ਼ਨ ਕਰ ਲੈਂਦੇ ਆ ਕਿ ਕਿੰਨਾ ਕੰਮ ਹੋਇਆ ਔਰ ਕਿੰਨਾ ਸੁਧਾਰ ਹੋਇਆ। ਸੋ ਜਿਸ ਜਗ੍ਹਾ ਤੇ ਅਸੀਂ ਖੜੇ ਆ, ਇਹ ਕੰਧਾਂ ਡਿੱਗਣ ਦੇ ਕਗਾਰ ਤੇ ਸੀਗੀਆਂ ਕਿਉਂਕਿ ਜਦੋਂ ਮੈਂ 2014-15 'ਚ ਮੈਂ ਸਟੱਡੀ ਕੰਪਲੀਟ ਕੀਤੀ, ਸੋ ਕਿਸੇ ਕਾਰਨਾਂ ਕਰਕੇ ਆਉਣਾ ਪਿਆ। ਤੇ ਜਦੋਂ ਆਏ ਤੇ ਵੇਖਿਆ ਕਿ ਬਹੁਤ ਹੀ ਮੰਦਾ ਦੌਰ ਸੀਗਾ, ਹੈ ਨਾ। ਲੋਕ ਰਹਿ ਤਾਂ ਰਹੇ ਸੀਗੇ ਪਰ ਇੱਕ ਮਜਬੂਰੀ ਬਸ ਜਿਵੇਂ
ਵੀ ਕਿਤੇ ਮਜਬੂਰ ਹੋ ਜਾਂਦੇ ਨੇ ਜਾਂ ਸ਼ਾਇਦ ਇੱਕ ਗੁਲਾਮ ਜਿਹੀ ਜ਼ਿੰਦਗੀ ਵੀ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ। ਸੋ ਆ ਕੇ ਵੇਖਿਆ ਗਲੀਆਂ ਨਾਲੀਆਂ ਦਾ ਹਾਲ ਬਹੁਤ ਮਾੜਾ ਸੀਗਾ। ਸੋ ਬਦਲਾਅ ਜਿਹੜਾ ਹੌਲੀ ਹੌਲੀ ਕੀਤਾ ਤੇ ਇੱਕ ਹੁੰਦਾ ਕਿ ਬਦਲਾਅ ਪੈਸੇ ਦੇ ਜ਼ੋਰ ਨਾਲ ਕਰ ਲਈਏ, ਪਰ ਸਾਨੂੰ ਦਿੱਕਤਾਂ ਬਹੁਤ ਆਈਆਂ ਕਿਉਂਕਿ ਪੈਸਾ ਹੈ ਨਹੀਂ ਸੀਗਾ। ਸਰਕਾਰਾਂ ਨੇ ਪੈਸਾ ਦਿੱਤਾ ਨਹੀਂਗਾ ਕਿਉਂਕਿ ਉਹਨਾਂ ਦਾ ਆਪਣਾ ਹੀ ਢਿੱਡ ਨਹੀਂ ਭਰਿਆ। ਸੋ ਪਿੰਡਾਂ ਦੀ ਤਾਂ ਉਹਨਾਂ ਨੂੰ ਸਾਰ ਹੀ ਨਹੀਂ ਲਈ ਉਹਨਾਂ ਨੇ। ਸੋ ਪਿਛਲੀ ਜਿਹੜੀ ਸਰਕਾਰ ਲੰਘੀ ਕਾਂਗਰਸ ਦੀ, ਸੋ ਅਸੀਂ ਜਿੰਨਾ ਕੁ ਬਦਲਾਅ ਕਰ ਪਾਏ ਆ ਉਹ ਤੁਹਾਡੇ ਸਾਹਮਣੇ ਆ ਜੀ। ਇਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ, ਸਰਪੰਚ ਸਾਹਿਬ ਲਵਜੀਤ ਸਰਪੰਚ ਨੇ ਇਹਨਾਂ ਦਾ ਨਾਮ, ਤਾਂ ਸਰਪੰਚ ਸਾਹਿਬ ਅਗਰ ਗੱਲ ਕੀਤੀ ਜਾਵੇ, ਸਾਰਾ ਇੱਧਰ ਜੇ ਘਰ ਦੀਆਂ ਨੇ ਕੰਧਾਂ ਨੇ ਤਾਂ ਪੂਰੇ ਤਰੀਕੇ ਦੇ ਨਾਲ ਜਿਹੜਾ ਉੱਤੇ ਕਈ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ, ਕਈ ਅਜਿਹੇ ਬੋਲ ਲਿਖੇ ਹੋਏ ਨੇ ਕਿ ਕੋਈ ਵੀ ਪੜ੍ਹਦਾ ਹੈ ਤਾਂ ਬਾਕੀ ਉਹਨੂੰ ਕੋਈ ਸੇਧ ਮਿਲਦੀ ਹੈ ਵੀ ਅਜਿਹੀਆਂ ਚੀਜ਼ਾਂ ਨੇ। ਅਗਰ ਜੇ ਪਾਣੀ ਬਚਾਉਣਾ ਉਸ ਦੇ ਨਾਲ ਵੀ ਹੈ ਨਾ, ਸਾਰੀਆਂ ਚੀਜ਼ਾਂ ਨੂੰ ਹਰਿਆਲੀ ਦੇ ਨਾਲ ਹਰ ਇੱਕ ਚੀਜ਼ ਦੇ ਨਾਲ ਜੋੜਦਾ। ਤਾਂ ਇਹ ਕਨਸੈਪਟ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਸੀ ਵੀ ਇਸ ਤਰ੍ਹਾਂ ਪੰਜਾਬ ਨੂੰ, ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਨੂੰ ਬਚਾਇਆ ਜਾ ਸਕਦਾ, ਵੀ ਇਸ ਤਰ੍ਹਾਂ ਮਾਹੌਲ ਵਧੀਆ ਹੋ ਸਕਦਾ ਪਿੰਡਾਂ ਦਾ? ਇਹਦੇ ਵਿੱਚ ਵੀ ਮੈਂ ਜਿੱਥੋਂ ਤੱਕ ਹੁਣ ਤੱਕ ਮੈਨੂੰ ਲੱਗਾ, ਕਿਉਂਕਿ ਇਹ ਸਾਨੂੰ ਕਰਨ ਦੀ ਲੋੜ ਵੀ ਤਾਂ ਪਈ ਹੈ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਉਹ ਸਦਾ ਤੋਂ ਹੀ ਸਿੱਖ ਧਰਮ ਦੇ ਮਤਲਬ ਉਲਟੀ ਰਹੀਆਂ। ਪਤਾ ਨਹੀਂ ਉਹਨਾਂ ਨੂੰ ਕਿਉਂ ਇਹ ਗੱਲ ਕਿਸੇ ਦਾ ਭਲਾ ਕਰਨਾ, ਕਿਉਂਕਿ ਸਿੱਖ ਧਰਮ ਦਾ ਸਭ ਤੋਂ ਜਿਹੜਾ ਮੇਨ ਮਕਸਦ ਹੈ ਸਰਬੱਤ ਦੇ ਭਲੇ ਦਾ। ਸੋ ਸਾਨੂੰ ਗੁੜਤੀ 'ਚ ਮਿਲਿਆ ਕਿ ਅਸੀਂ ਬਿਨਾਂ ਕਿਸੇ ਧਰਮ ਵਿਤਕਰੇ ਤੋਂ ਅਸੀਂ ਜਿੱਥੇ ਵੀ ਕਿਤੇ ਹੁੰਦਾ ਤਾਂ ਸਾਡਾ ਜਿਹੜੀ ਕੌਮ ਹੈ ਉਹ ਆਪਣਾ ਯੋਗਦਾਨ ਪਾਉਂਦੀ ਹੈ। ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੀਆਂ ਪੀੜ੍ਹੀਆਂ ਨੂੰ ਇਹਨਾਂ ਗੱਲਾਂ ਤੋਂ ਦੂਰ ਰੱਖਿਆ। ਉਹ ਚਾਹੇ ਕਿਤਾਬਾਂ ਦੇ ਜ਼ਰੀਏ ਲਾ ਲਈਏ, ਚਾਹੇ ਸੱਭਿਆਚਾਰ ਐਕਟੀਵਿਟੀਜ਼ ਦੇ ਜ਼ਰੀਏ ਲਾ ਲਈਏ। ਸੋ ਉਹਨਾਂ ਨੇ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ। ਸੋ ਸਾਨੂੰ ਇਹ ਸੀਗਾ ਵੀ ਜਿਹੜੀ ਸਾਡੀ ਪੀੜ੍ਹੀ ਅੱਜ ਟੁੱਟ ਕੇ ਵਿਦੇਸ਼ਾਂ ਨੂੰ ਮੂੰਹ ਕਰੀ ਬੈਠੀ ਹੈ, ਉਹਨਾਂ ਨੂੰ ਘੱਟੋ ਘੱਟ ਪਤਾ ਹੋਣਾ ਚਾਹੀਦਾ ਵੀ ਉਹ ਕਿਸ ਵਿਰਸੇ ਦੇ ਵਿੱਚ ਪੈਦਾ ਹੋਏ ਆ, ਕਿਹੜਾ ਧਰਮ ਹੈ ਉਹਨਾਂ ਦਾ ਔਰ ਉਹ ਧਰਮ ਮਹਾਨ ਕਿਉਂ ਹੈ। ਸੋ ਅਸੀਂ ਜਿੱਥੇ ਜਿੱਥੇ ਵੀ ਸਾਡੇ ਤੋਂ ਹੋਇਆ, ਕੋਸ਼ਿਸ਼ ਹੋਈ ਹੈ, ਅਸੀਂ ਇੱਕ ਨਿੱਕੇ ਨਿੱਕੇ ਐਗਜ਼ਾਮਪਲਸ ਦਿੱਤੇ ਉਹਨਾਂ ਨੂੰ ਵੀ ਉਹ ਇਸ ਚੀਜ਼ ਦੇ ਨਾਲ ਜੁੜ ਸਕਣ ਔਰ ਆਪਣੇ ਸਮਾਜ ਦੀ ਸੇਵਾ ਕਰਨ। ਸਾਹਿਬ ਇਸ ਦੇ ਵਿੱਚ ਰੁੱਤਾਂ, ਦੇਸੀ ਅਤੇ ਅੰਗਰੇਜ਼ੀ ਮਹੀਨੇ, ਕਈ ਵਾਰ ਪਿੰਡਾਂ ਦੇ ਬਜ਼ੁਰਗਾਂ ਨੇ ਅਗਰ ਜੇ ਸੰਗਰਾਂਦ ਜਾਂ ਕੋਈ ਇਹ ਚੀਜ਼ਾਂ ਪੁੱਛਣੀਆਂ ਹੋਣ, ਬੀਬੀਆਂ ਜਾਂ ਇਹ ਚੀਜ਼ਾਂ ਪੁੱਛਦੀਆਂ ਨੇ ਵੀ ਅੱਜ ਕੀ ਹੈ, ਕਿਉਂਕਿ ਅੱਜ ਦੇ ਜਵਾਨਾਂ ਨੇ ਤਾਂ ਕਹਿ ਦੇਣਾ ਵੀ ਅਗਰ ਜੇ ਨਵੰਬਰ ਦਸੰਬਰ ਚੱਲ ਰਿਹਾ, ਨਹੀਂ ਤਾਂ ਬਹੁਤ ਪੁਰਾਣੇ ਤਾਂ ਕਹਿਣਗੇ ਅੱਜ ਪੋਹ ਆ ਜਾਂ ਮੱਘਰ ਹੈ, ਕੱਤਕ, ਕੀ ਕਿਹੜਾ ਮਹੀਨਾ ਚੱਲ ਰਿਹਾ ਹੈ ਨਾ। ਸੋ ਇਹ ਜ਼ਰੂਰੀ ਸੀਗਾ ਕਿਉਂਕਿ ਅਸੀਂ ਜਿਸ ਤਰੀਕੇ ਦੇ ਨਾਲ ਵੈਸਟਰਨ ਕਲਚਰ ਦੇ ਨਾਲ ਜਾਂ ਉਹਦੇ ਆਦੀ ਹੋ ਰਹੇ ਹਾਂ, ਸੋ ਇਹ ਚੀਜ਼ਾਂ ਤੋਂ ਦੂਰ ਹੋ ਰਹੇ ਹਾਂ। ਪਰ ਕੋਈ ਵੀ ਕੌਮ ਹੈ, ਕੋਈ ਵੀ ਮੁਲਕ ਹੈ, ਕੋਈ ਵੀ ਮਿੱਟੀ ਹੈ, ਜਿੰਨਾ ਚਿਰ ਉਹ ਆਪਣੇ ਇਤਿਹਾਸ ਦੇ ਨਾਲ ਜੁੜੀ ਨਹੀਂ ਜਾਂ ਉਹਨੂੰ ਆਪਣਾ ਇਤਿਹਾਸ ਨਹੀਂ ਪਤਾ, ਸੋ ਉਹ ਤਰੱਕੀ ਨਹੀਂ ਕਰ ਸਕਦੀ। ਇਹ ਸਾਡਾ ਇੱਕ ਵਹਿਮ ਹੁੰਦਾ ਕਿ ਅਸੀਂ ਜੇਕਰ ਕੁੜਤਾ ਪਜਾਮਾ ਲਾ ਕੇ ਪੈਂਟ ਸ਼ਰਟ ਪਾ ਲਈ ਤਾਂ ਅਸੀਂ ਤਰੱਕੀ ਕਰ ਲਈ ਹੈ। ਇਹ ਨਹੀਂ ਹੁੰਦਾ। ਤਰੱਕੀ ਉਦੋਂ ਹੋਣੀ ਜਦੋਂ ਤੁਸੀਂ ਜੜ੍ਹਾਂ ਨਾਲ ਜੁੜੇ ਹੋਏ ਹੋ। ਸੋ ਇਹ ਸਾਡਾ ਇਹ ਵੀ ਇੱਕ ਸਾਡਾ ਸੈਂਪਲ ਸੀਗਾ ਕਿ ਜਿੱਥੇ ਅੰਗਰੇਜ਼ੀ ਮਹੀਨੇ ਅੱਜ ਦੀ ਜ਼ਿੰਦਗੀ ਦੇ ਮਤਲਬ ਜ਼ਰੂਰੀ ਅੰਗ ਨੇ, ਉੱਥੇ ਪੰਜਾਬੀ ਮਹੀਨਿਆਂ ਤੋਂ ਵੀ ਦੂਰ ਨਹੀਂ ਹੋਇਆ ਜਾ ਸਕਦਾ ਕਿਉਂਕਿ ਉਹਨਾਂ ਦੀ ਵੀ ਆਪਣੇ ਆਪ ਦੇ ਵਿੱਚ ਇੱਕ ਖਾਸ ਮਹੱਤਤਾ ਹੈ। ਸਰਪੰਚ ਸਾਹਿਬ ਅਗਰ ਜੇ ਗੱਲ ਕੀਤੀ ਜਾਵੇ, ਵਿਕਾਸ ਤਾਂ ਥੋੜਾ ਬਹੁਤਾ ਵੀ ਮਤਲਬ ਤੁਸੀਂ ਆਪਦੇ ਪੈਸੇ ਲਾਏ ਤਾਂ ਹੋਰ ਜਿਵੇਂ ਹਨਾ ਹੋਰ ਖਰਚਾ ਜਿਵੇਂ ਇਹਦਾ ਉਹ ਵੀ ਜਿਹੜਾ ਹਜੇ ਤੱਕ ਤੁਹਾਨੂੰ ਮਿਲਿਆ ਨਹੀਂ ਹੈਗਾ। ਤੇ ਗੱਲ ਕੀਤੀ ਜਾਵੇ ਤਾਂ ਹੋਰ ਚੀਜ਼ਾਂ, ਜੇ ਹਸਪਤਾਲ, ਬੱਚਿਆਂ ਦੀ ਪੜ੍ਹਾਈ ਕਿਵੇਂ ਆ, ਕੀ ਲੱਗਦਾ ਸੁਧਾਰ ਹੈਗਾ? ਕੋਈ ਉਮੀਦ ਲੱਗਦੀ ਹੈ ਵੀ ਜਿਵੇਂ ਤੁਹਾਡੀ ਸੋਚ ਹੈ, ਜਿਵੇਂ ਪਿੰਡ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ, ਅੱਛਾ ਬਣਾਉਣ, ਤਾਂ ਹੋਰ ਵੀ ਅੱਗੇ ਕੁਝ ਬਣ ਸਕਦਾ ਜਾਂ ਮਿਲ ਸਕਦਾ? ਬਿਲਕੁਲ ਸਰ, ਅਸਲ ਦੇ ਵਿੱਚ ਇੱਕ ਪੰਚਾਇਤ ਸੰਪੂਰਨ ਪੰਚਾਇਤ ਹੀ ਉਦੋਂ ਬਣਦੀ ਜਦੋਂ ਉਹ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਸਕੇ ਔਰ ਲੋਕਾਂ ਨੂੰ ਰੋਗ ਤੋਂ ਦੂਰ ਕਰ ਸਕੇ। ਪਰ ਅਸੀਂ ਅਜੇ ਇਸ ਦੇ ਵਿੱਚ ਕਾਫੀ ਪਿਛੜੇ ਹੋਏ ਹਾਂ। ਅਸੀਂ ਸਕੂਲ ਦੇ ਵਿੱਚ ਤਾਂ ਕਾਫੀ ਜ਼ਿਆਦਾ ਮਿੱਟੀ ਵਗੈਰਾ ਪਾ ਕੇ ਉਹਦੇ ਰੰਗ ਰੋਗਨ ਜਾਂ ਵਗੈਰਾ ਕੀਤਾ ਕਿਉਂਕਿ ਸਾਡਾ ਇੱਕ ਤਾਂ ਸਕੂਲ ਪ੍ਰਾਇਮਰੀ ਹੈ ਕਿਉਂਕਿ 1 ਕਿਲੋਮੀਟਰ ਤੇ ਮਿਡਲ ਸਕੂਲ ਹੈ ਔਰ ਸੀਨੀਅਰ ਸਕੂਲ ਹੈਗਾ, ਜਿਹਦੇ ਕਰਕੇ ਸਾਡਾ ਜਿਹੜਾ ਇੱਥੇ ਮਿਡਲ ਸਕੂਲ ਆਉਣਾ ਥੋੜ੍ਹਾ ਜਿਹਾ ਔਖਾ। ਸੋ ਅਸੀਂ ਫਿਰ ਵੀ ਉਹਦਾ ਮਿਆਰ ਉੱਚਾ ਚੁੱਕਾਂਗੇ। ਮੇਰੇ ਅੱਗੇ ਜਿਹੜੀ ਸਮੱਸਿਆ ਸੀਗੀ, ਜਿੰਨੇ ਕੁ ਅਸੀਂ ਅਵੇਅਰ ਹਾਂ ਕਿਸੇ ਵੀ ਚੀਜ਼ ਲਈ, ਉਹਦੇ ਲਈ ਸਾਡੇ ਅੱਗੇ ਇੱਕ ਪ੍ਰੋਬਲਮ ਸੀ ਕਿ ਜੇਕਰ ਅਸੀਂ ਪਹਿਲਾਂ ਉਹਨਾਂ ਚੀਜ਼ਾਂ ਨੂੰ ਸ਼ੁਰੂ ਕਰਦੇ ਸੀ ਤਾਂ ਸ਼ਾਇਦ ਜਿਹੜੇ ਲੋਕਾਂ ਦੇ ਨਿੱਜੀ ਮਸਲੇ ਜਿਨ੍ਹਾਂ ਦੇ ਨਾਲ ਲੋਕ ਵਾਹਦਾ ਜੁੜ ਗਏ ਆ ਕਿ ਜੇ ਮੇਰੀਆਂ ਇੱਟਾਂ ਨਾਲ ਲੱਗੀਆਂ ਤੇ ਪਤਾ ਨਹੀਂ ਕੀ ਹੋ ਜਾਣਾ, ਸ਼ਾਇਦ ਭੁਚਾਲ ਹੀ ਨਾ ਆ ਜਾਵੇ ਕੱਲ੍ਹ ਨੂੰ। ਸੋ ਅਸੀਂ ਪਹਿਲਾਂ ਜਿਹੜਾ ਇੱਥੇ ਸੀਗਾ ਰੋਜ਼ਾਨਾ ਦੀ ਜ਼ਿੰਦਗੀ ਦਾ, ਸੀਵਰੇਜ ਦਾ ਕੰਮ ਸੀਗਾ, ਸਿਕਿਉਰਿਟੀ ਕੈਮਰੇਜ਼ ਦਾ ਕੰਮ ਸੀਗਾ, ਵਾਤਾਵਰਣ ਦੇ ਨਾਲ ਸੰਬੰਧਿਤ ਕੰਮ ਸੀਗੇ, ਉਹ ਕੀਤੇ ਆ। ਹੁਣ ਅਸੀਂ ਸਕੂਲ ਦੇ ਵਿੱਚ ਪਾਰਕ ਬਣਾ ਰਹੇ ਹਾਂ, ਉਹਦੇ ਕਮਰੇ ਵਗੈਰਾ ਬਣੇ ਆ ਔਰ ਉੱਥੇ ਆਂਗਨਵਾੜੀ ਸੈਂਟਰ ਹੈ, ਉਹਦਾ ਬਾਥਰੂਮ ਵਗੈਰਾ, ਸਟੋਰ ਵਗੈਰਾ, ਉਹ ਅਸੀਂ ਨਾਲ ਕਰ ਰਹੇ ਹਾਂ। ਪਰ ਜਿਹੜਾ ਮੈਡੀਕਲ ਦਾ ਕੰਮ ਰਹਿ ਜਾਂਦਾ, ਜਦੋਂ ਅਸੀਂ ਇੱਧਰੋਂ ਵਿਹਲੇ ਹੋਵਾਂਗੇ ਤਾਂ ਫਿਰ ਅਸੀਂ ਮੈਡੀਕਲ ਸਮੇਂ-ਸਮੇਂ ਦੇ ਉੱਤੇ ਮੈਡੀਕਲ ਜਿਹੜੀ ਅਵੇਅਰਨੈਸ ਹੈ ਉਹ ਜ਼ਰੂਰ ਲੋਕਾਂ ਨੂੰ ਪ੍ਰਦਾਨ ਕਰਾਂਗੇ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਉਹ ਕਈ ਬਿਮਾਰੀਆਂ ਇਹੋ ਜਿਹੀਆਂ ਵਲੇਟੀ ਫਿਰਦਾ ਜਿਨ੍ਹਾਂ ਦਾ ਸਮੇਂ ਤੇ ਚੈੱਕਅਪ ਹੋ ਜਾਵੇ ਤੇ ਉਹ ਤੋਂ ਬਚਿਆ ਜਾ ਸਕਦਾ।
ਸੋ ਬੜੀ ਜ਼ਰੂਰੀ ਚੀਜ਼ ਹੈ, ਅਸੀਂ ਕਰਾਂਗੇ ਜ਼ਰੂਰ। ਸਰਪੰਚ ਸਾਹਿਬ, ਇਸ ਦੇ ਵਿੱਚ ਗੱਲ ਕੀਤੀ ਜਾਵੇ ਨਸ਼ੇ ਦੀ, ਬੜੀ ਕਹਿੰਦੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈਗਾ, ਨੌਜਵਾਨ ਨਸ਼ੇ ਦੇ ਵੱਲ ਜਾ ਰਹੇ ਨੇ, ਆਦੀ ਹੋਏ ਨੇ, ਰੁਜ਼ਗਾਰ ਕੋਈ ਕਰਦੇ ਨਹੀਂ ਗਾ, ਰੁਜ਼ਗਾਰ ਕਹਿੰਦੇ ਮਿਲਦਾ ਨਹੀਂ ਗਾ, ਨੌਜਵਾਨ ਇਹ ਕਹਿ ਦਿੰਦੇ ਆ। ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚ, ਏਰੀਆ ਦੇ ਵਿੱਚ ਲਾਗੇ ਤਾਗੇ ਨਸ਼ਾ ਹੈ ਜਾਂ ਨਹੀਂ? ਸਰ ਕਹਿੰਦੇ ਕਿ ਚਿੱਟਾ ਤਾਂ ਹੀ ਵਿਕ ਜਾਏ ਸਰਕਾਰਾਂ ਵਿਕਾਉਂਦੀਆਂ, ਸੋ ਹੈ ਹੀ ਅੱਜ ਦੇ ਕਰੀਜ ਤਾਂ ਤੁਸੀਂ ਕਹਿ ਸਕਦੇ ਹੋ ਜੇ ਸਾਡੇ ਪਿੰਡ ਨਹੀਂ ਹੈਗਾ ਤਾਂ ਆਲੇ ਦੁਆਲੇ ਦੇ ਪਿੰਡ ਵੀ ਤਾਂ ਸਾਡੇ ਹੀ ਨੇ। ਸੋ ਚਿੱਟਾ ਛੱਡ ਕੇ ਨਸ਼ਾ ਕੋਈ ਵੀ ਹੈ, ਜਦੋਂ ਸਰਕਾਰ ਉਹਨੂੰ ਰੋਕਣਾ ਹੀ ਨਹੀਂ ਚਾਹੁੰਦੀ ਤਾਂ ਫਿਰ ਹੋਏਗਾ ਹੀ, ਕਿਉਂਕਿ ਜਿਹੜੀ ਚੀਜ਼ ਸਰਕਾਰ ਪਰੋਸਦੀ ਹੈ ਉਹ ਥੋੜੀ ਜਿਹੀ ਸੌਖੀ ਪਰੋਸੀ ਜਾਂਦੀ ਹੈ ਔਰ ਲੋਕ ਉਹਦੇ ਤੋਂ ਅਣਜਾਣ ਹੁੰਦੇ ਨੇ, ਉਹਦੇ ਨੁਕਸਾਨਾਂ ਤੋਂ ਅਣਜਾਣ ਹੁੰਦੇ ਨੇ ਤੇ ਉਹਦੇ ਜਾਲ 'ਚ ਫਸ ਜਾਂਦੇ ਆ। ਤਾਂ ਅੱਜ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਲੋਕ ਮਾਰੂ ਨੇ, ਚਾਹੇ ਕਿਉਂਕਿ ਜੇ ਉਹਨਾਂ ਨੂੰ ਨਸ਼ੇ ਤੇ ਲਾ ਲੈਣਗੇ, ਇੱਕ ਤਾਂ ਪੈਸੇ ਦੀ ਬਰਬਾਦੀ, ਦੂਜੀ ਸਰਕਾਰ ਨੂੰ ਟੈਨਸ਼ਨ ਘਟ ਜਾਂਦੀ ਹੈ ਰੋਜ਼ਗਾਰ ਮੰਗਣ ਦੀ, ਕਿਉਂਕਿ ਜੇਕਰ ਕੋਈ ਪੜ੍ਹੇਗਾ ਨਹੀਂ ਤੇ ਉਹ ਰੋਜ਼ਗਾਰ ਕਿਵੇਂ ਮੰਗੇਗਾ। ਔਰ ਇਹ ਸਰਕਾਰਾਂ ਕਿਸੇ ਹੋਰ ਸਰਕਾਰ ਦੇ ਪਿੱਛੇ ਲੱਗ ਕੇ ਪੰਜਾਬ ਦਾ ਬੇੜਾ ਗਰਕ ਕਰਨ ਤੇ ਤੁਲੀਆਂ ਹੋਈਆਂ ਨੇ, ਕਿਉਂਕਿ ਜਿਹੜੀਆਂ ਵੀ ਸਰਕਾਰਾਂ ਕਿਸੇ ਦੂਜੀਆਂ ਸਰਕਾਰਾਂ ਦੇ ਅਧੀਨ ਨੇ ਔਰ ਉਹ ਆਪਣੇ ਸੂਬੇ ਦਾ ਵਿਕਾਸ ਨਹੀਂ ਕਰ ਪਾਉਂਦੀਆਂ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਘਟੀਆਂ ਕਿਤੋਂ ਹੋਰ ਹੋ ਜਾਂਦੀਆਂ। ਸੋ ਇਹ ਨਸ਼ਾ ਕਹਿ ਲਓ, ਬੇਰੁਜ਼ਗਾਰੀ ਕਹਿ ਲਓ, ਇਹਨੂੰ ਖਤਮ ਕੀਤਾ ਜਾ ਰਿਹਾ। ਨਹੀਂ ਤਾਂ ਪੰਜਾਬ ਇੱਕ ਇਹੋ ਜਿਹੀ ਧਰਤੀ ਹੈ ਜਿੱਥੇ 12 ਮਹੀਨੇ ਪ੍ਰੋਡਕਸ਼ਨ ਹੁੰਦੀ ਹੈ, ਸੋ ਇੱਥੇ ਬੇਰੁਜ਼ਗਾਰੀ ਤਾਂ ਪੈਦਾ ਹੀ ਨਹੀਂ ਹੋ ਸਕਦੀ, ਹੁੰਦੀ ਨਹੀਂ, ਕਿਉਂਕਿ ਪਿਛਲੇ ਸਮੇਂ 'ਚ ਤੁਸੀਂ 90 ਦਾ ਦੌਰ ਤੋਂ ਪਹਿਲਾਂ ਚੱਕ ਲਵੋ, ਉਦੋਂ ਵੀ ਲੋਕ ਸੀਗੇ, ਪਿੰਡਾਂ ਦੇ ਵਿੱਚ ਆਪਸੀ ਪਿਆਰ ਬਹੁਤ ਸੀਗਾ, ਹਰ ਬੰਦਾ ਬੜਾ ਸੁਖੀ ਸੀਗਾ, ਕਰਜ਼ੇ ਤੋਂ ਰਹਿਤ ਸੀਗਾ, ਤੇ ਉਦੋਂ ਜ਼ਮੀਨਾਂ ਵੀ ਇਹੀ ਸੀਗੀਆਂ, ਲੋਕ ਵੀ ਇਹੀ ਸੀਗੇ। ਪਰ ਜਿਸ ਤਰ੍ਹਾਂ ਹੌਲੀ ਹੌਲੀ ਕਰਕੇ ਸਰਕਾਰਾਂ ਨੇ ਆਪਣੀਆਂ ਮਾੜੀਆਂ ਤੇ ਘਿਨੌਣੀਆਂ ਨੀਤੀਆਂ ਕਰਕੇ ਲੋਕਾਂ ਨੂੰ ਜਾਲ ਦੇ ਵਿੱਚ ਫਸਾਇਆ, ਇਹ ਸਾਰਾ ਦੇਣ ਹੈ ਜਿਹੜੀ ਸਰਕਾਰਾਂ ਦੀ। ਹੋਰ ਕੀ ਉਮੀਦ ਲੱਗਦੀ ਹੈ ਪਿੰਡ ਦੇ ਵਿੱਚ, ਕੀ ਕੁਝ ਵਿਕਾਸ ਹੋਣਾ ਚਾਹੀਦਾ, ਕੀ ਸੁਧਾਰ ਹੋਣਾ ਚਾਹੀਦਾ, ਕੀ ਕੁਝ ਜਿਹੜਾ ਮਿਲਣਾ ਚਾਹੀਦਾ? ਕੀ ਲੱਗਦਾ ਕਿਹੜੀਆਂ ਬੱਚਿਆਂ ਦੀ ਅਗਰ ਜੇ ਗੱਲ ਕਰੀਏ, ਸਕੂਲ ਵੱਡਾ ਹੋਣਾ ਚਾਹੀਦਾ, ਐਜੂਕੇਸ਼ਨ ਦੇ ਨਾਲ ਨਾਲ ਹੀ ਹਸਪਤਾਲਾਂ ਦੇ ਵਿੱਚ ਦਵਾਈ ਬੂਟੀ ਵਧੀਆ ਹੋਣੀ ਚਾਹੀਦੀ ਹੈ, ਕੋਈ ਨੇੜੇ ਤੁਹਾਨੂੰ ਲੱਗਦਾ ਹੋਵੇ ਆਲੇ ਦੁਆਲੇ ਪਿੰਡਾਂ ਨੂੰ? ਸਰ ਮੇਰੇ ਹਿਸਾਬ ਦੇ ਨਾਲ ਸਭ ਚਲੋ ਐਜੂਕੇਸ਼ਨ ਦੀ ਗੱਲ ਤਾਂ ਅਸੀਂ ਕਰਦੇ ਹਾਂ ਕਿ ਜੋ ਕਿ ਸਭ ਤੋਂ ਮੁੱਢਲੀ ਲੋੜ ਹੈ ਇੱਕ ਬੰਦੇ ਦੀ, ਔਰ ਦੂਜੀ ਹਸਪਤਾਲਾਂ ਤੋਂ ਪਹਿਲਾਂ ਇੱਕ ਸਾਡੇ ਕੋਲ ਸਟੈਪ ਹੁੰਦਾ, ਕਨਸੈਪਟ ਹੁੰਦਾ, ਉਹ ਹੁੰਦਾ ਅਸੀਂ ਖਾ ਪੀ ਕੀ ਰਹੇ ਹਾਂ। ਜੇਕਰ ਅਸੀਂ ਆਪਣਾ ਖਾਣ ਪੀਣ ਹੀ ਸਹੀ ਕਰ ਲਈਏ ਔਰ ਆਪਣਾ ਜੀਵਨ ਜਾਂਚ ਜਿਹੜੀ ਉਹਨੂੰ ਦਰੁਸਤ ਕਰ ਲਈਏ ਤੇ ਸ਼ਾਇਦ ਦਵਾਈਆਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਦਵਾਈਆਂ ਦੀ ਲੋੜ ਪਹਿਲਾਂ ਨਹੀਂ ਸੀ। ਦਵਾਈਆਂ ਤਾਂ ਇਹਨਾਂ ਨੇ ਦਿੱਤੀਆਂ, ਇਹ ਤਾਂ ਇੱਕ ਬਿਜ਼ਨਸ ਹੈ ਜਿਹਨੂੰ ਸਰਕਾਰਾਂ ਚਲਾ ਰਹੀਆਂ। ਪਹਿਲਾਂ ਇਹਨਾਂ ਨੇ ਸਾਨੂੰ ਉਸ ਚੀਜ਼ ਦਾ ਆਦੀ ਕੀਤਾ, ਫਿਰ ਉਹਨਾਂ ਨੇ ਉਹ ਹਰੇ ਰੰਗ ਦੀ ਗੋਲੀ ਦਿੱਤੀ ਹੈ, ਕਿਉਂਕਿ ਤੁਸੀਂ ਅੱਜ ਕਿਤੇ ਵੀ ਚਲੇ ਜਾਓ ਦੁਕਾਨਾਂ ਤੇ, ਬਾਹਦੇ ਡਾਕਟਰਾਂ ਕੋਲੋਂ ਬਾਹਦੀਆਂ ਬੀਬੀਆਂ ਇਹ ਮੰਗ ਕਰਦੀਆਂ ਨਹੀਂ ਜੀ ਉਹ ਲਾਲ ਰੰਗ ਵਾਲੀ ਗੋਲੀ ਦਿਓ, ਉਹ ਬੜਾ ਅਸਰ ਕਰਦੀ ਹੈ। ਸੋ ਲੋਕਾਂ ਨੂੰ ਉਸ ਪਾਸੇ ਪਹਿਲੋਂ ਲਾਇਆ ਗਿਆ। ਸੋ ਸਾਨੂੰ ਹੈ ਕਿ ਅਸੀਂ ਹਸਪਤਾਲ ਬਣਾਉਣ ਤੋਂ ਪਹਿਲਾਂ ਜੇ ਅਸੀਂ ਆਪਣੀ ਖੁਰਾਕ ਹੀ ਸਹੀ ਕਰ ਲਈਏ ਤੇ ਸ਼ਾਇਦ ਅਸੀਂ ਇੱਕ ਪੰਥ ਦੋ ਕਾਜ ਹੋ ਜਾਣਗੇ, ਅਸੀਂ ਆਪਣੀ ਸਿਹਤ ਵੀ ਸੁਧਾਰ ਲਵਾਂਗੇ ਔਰ ਉਧਰੋਂ ਵੀ ਸਾਡੀ ਜਿਹੜੀ ਸੂਬੇ ਦੀ ਸੰਪਤੀ ਹੈ ਉਹ ਵੀ ਬਚ ਜਾਊਗੀ। ਪਿੰਡ ਦੇ ਲੋਕ ਖੁਸ਼ ਨੇ ਤੁਹਾਡੇ ਕੋਲੋਂ? ਜੇ ਆਸ-ਪਾਸ ਦੀ ਗੱਲ ਕੀਤੀ ਜਾਵੇ ਤਾਂ ਹੋਰ ਚੀਜ਼ਾਂ ਨੂੰ ਲੈ ਕੇ ਵੀ ਸਰਪੰਚ ਸਾਹਿਬ ਕੰਮ ਕਰ ਰਹੇ ਨੇ? ਖੁਸ਼ ਤਾਂ ਬਾਬੇ ਨਾਨਕ ਤੋਂ ਕੋਈ ਨਹੀਂ ਹੋਇਆ ਜੀ, ਤੇ ਬਾਕੀ ਰਹਿ ਗਈ ਗੱਲ ਆਪਾਂ ਆਪਣੇ ਤੋਂ ਕੋਈ ਖੁਸ਼ ਹੋਵੇ ਨਾ ਹੋਵੇ, ਆਪਾਂ ਇਸ ਚੀਜ਼ ਨੂੰ ਲੈ ਕੇ ਸਰਪੰਚੀ ਕਰ ਹੀ ਨਹੀਂ ਰਹੇ। ਆਪਾਂ ਤਾਂ ਆਪਣੀ ਜੋ ਸੋਚ ਹੈ, ਜੋ ਆਪਣਾ ਸੁਪਨਾ ਹੈ, ਉਹਨੂੰ ਪੂਰਾ ਕਰਨ ਲਈ ਆਪਾਂ ਇਹ ਕੰਮ ਕੀਤਾ, ਕਿਉਂਕਿ ਮੈਂ ਇਸ ਪਲਾਨ ਨੂੰ ਸਰਪੰਚੀ ਲਿਆ ਹੀ ਨਹੀਂਗਾ, ਮੈਂ ਤੈਨੂੰ ਸੇਵਾ ਸਮਝ ਕੇ ਕਰਦਾ ਕਿ ਅਸੀਂ ਜਿੰਨਾ ਸਮਾਂ ਸਾਨੂੰ ਸੇਵਾ ਦਾ ਮਿਲਿਆ ਉਹਦੇ 'ਤੇ ਅਸੀਂ ਵੱਧ ਤੋਂ ਵੱਧ ਥੋੜ੍ਹੇ ਪੈਸੇ ਦੇ ਨਾਲ ਵਧੀਆ ਕੀ ਕਰ ਸਕਦੇ ਹਾਂ, ਕਿਉਂਕਿ ਪੈਸੇ ਦੀ ਢੇਰੀ ਲਾ ਦਿਓ ਤਾਂ ਫਿਰ ਸਾਰੇ ਹੀ ਕਰ ਲੈਂਦੇ ਆ। ਸਵਾਦ ਤਾਂ ਆਉਂਦਾ ਕਿ ਥੋੜ੍ਹੇ ਪੈਸੇ ਦੇ ਵਿੱਚ ਲੋਕਾਂ ਵਾਸਤੇ ਵੱਧ ਤੋਂ ਵੱਧ ਕੀ ਕੀਤਾ ਜਾ ਸਕਦਾ। ਸੋ ਖੁਸ਼ ਹੋਣਾ ਨਾ ਹੋਣਾ ਇਹ ਤਾਂ ਮਾਲਕ ਦੀ ਮਰਜ਼ੀ ਹੈ ਵੀ ਕੌਣ ਕਿਹਨੂੰ ਉਹ ਕਰਦਾ ਤੇ ਕਿਹਨੂੰ ਨਹੀਂ ਕਰਦਾ। ਸਰਪੰਚ ਸਾਹਿਬ ਇੱਕ ਸਵਾਲ ਹੋਰ ਕਰਨਾ ਚਾਹਾਂਗਾ, ਇਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ, 2 ਗੁਰਦੁਆਰੇ ਸਾਹਿਬ ਨੇ, ਕੀ ਲੱਗਦਾ ਵੀ ਇਹ ਹੋਣੇ ਚਾਹੀਦੇ ਪਿੰਡ ਦੇ ਵਿੱਚ 2? ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਪਰ ਅਸੀਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਵੱਲੋਂ ਆਇਆ, ਪਹਿਲਾਂ ਵੀ ਬੜਿਆਂ ਵੱਲੋਂ ਆਇਆ, ਪਰ ਇਹ ਕਿ ਉਹਦੇ ਪਿੱਛੇ ਕਾਰਨ ਕੀ ਨੇ ਇੱਥੋਂ ਤੱਕ ਪਹੁੰਚਣ ਦੇ, ਕਿਉਂਕਿ ਕਾਰਨ ਕਈ ਵਾਰੀ ਕਈ ਥਾਵਾਂ ਤੇ ਬੜੇ ਗੰਭੀਰ ਹੁੰਦੇ ਆ। ਤੋ ਕਈ ਵਾਰੀ ਹੁੰਦਾ ਕਿ ਜੋ ਹੋ ਰਿਹਾ ਹੁੰਦਾ, ਜੋ ਮਾਲਕ ਕਰ ਰਿਹਾ ਹੁੰਦਾ ਉਹ ਚੰਗਾ ਹੁੰਦਾ, ਕਿਉਂਕਿ ਅਸੀਂ ਕੁਦਰਤ ਦੇ ਬਰਖਲਾਫ ਜਾਂ ਉਹਨੂੰ ਆਪਣੇ ਤਰ੍ਹਾਂ ਨਹੀਂ ਮੋੜ ਸਕਦੇ, ਕੁਦਰਤ ਸਾਨੂੰ ਆਪਣੇ ਢੰਗ ਨਾਲ ਮੋੜ ਲੈਂਦੀ ਹੈ। ਤੋ ਕਈ ਵਾਰੀ ਹੁੰਦੀ ਵੀ ਲੜਦੇ ਹੋਣ ਤੇ ਉਹਨਾਂ 'ਚੋਂ ਇੱਕ ਤਾਂ ਕਮਲਾ ਹੁੰਦਾ ਹੀ ਆ, ਹਨਾ ਜੀ। ਸੋ ਜਦੋਂ ਸਮਾਂ ਆਊਗਾ ਉਹ ਕਮਲਾ ਹੈ ਉਹ ਨਿੱਤਰ ਜੂਗਾ ਤੇ ਲੋਕਾਂ ਨੂੰ ਪਤਾ ਲੱਗ ਜੂਗਾ, ਫਿਰ ਉਹ ਦੋਵਾਂ ਤੋਂ ਇੱਕ ਵੀ ਹੋ ਜਾਣਗੇ। ਉਹਦੇ 'ਚ ਕਹਿੰਦੇ ਕਿ ਵਿਕਲਪ ਹੋ ਜੂਗਾ, ਜਿਵੇਂ ਕੈਪਟਨ ਭਾਜਪਾ 'ਚ ਚੱਲਿਆ, ਠੀਕ ਹੈ ਜੀ। ਸੋ ਇਹ ਕਿਹੜਾ ਕਿਹੜੇ 'ਚ ਆਉਂਦਾ ਇਹ ਸਮਾਂ ਦੱਸੂਗਾ, ਔਰ ਉਹਨਾਂ ਦੋਵਾਂ 'ਚੋਂ ਕਮਲਾ ਕਿਹੜਾ ਸਿਆਣਾ ਕਿਹੜਾ ਇਹ ਵੀ ਸਮਾਂ ਤੈਅ ਕਰੂਗਾ। ਇਹਦੇ ਵਿੱਚ ਅਗਰ ਗੱਲ ਕੀਤੀ ਜਾਵੇ, ਮੈਂ ਇੱਥੇ ਦੇਖ ਰਿਹਾ ਸੀ ਛੰਨ ਬਣੀ ਹੋਈ ਆ, ਪਿੰਡ ਵਾਲੇ ਕਹਿੰਦੇ ਹੋਣਗੇ ਵੀ ਅਸੀਂ ਟੋਰਾਂਟੋ ਦੇ ਵਿੱਚ ਬੈਠੇ ਹੋਏ ਆ, ਐ ਦੇਖ ਕੇ ਕਹਿੰਦੇ ਹੋਣੇ ਹਨਾ? ਠੀਕ ਹੈ, ਉਹ ਛੰਨ ਜੀ ਅਸੀਂ ਜਦੋਂ ਮੈਂ ਆਇਆ 2016 ਦੇ ਵਿੱਚ, ਉੱਥੇ ਬੜਾ ਖੁੱਲਾ ਜਿਹਾ ਥਾਂ ਸੀਗਾ
ਤੇ ਸਾਡਾ ਜਿਹੜਾ ਘਰ ਦਾ ਜਿਹੜਾ ਫੈਮਿਲੀ ਦਾ ਬੈਕਗ੍ਰਾਉਂਡ ਹੈ ਉਹ ਸ਼ੁਰੂ ਤੋਂ ਹੀ ਰਹੀ ਹੈ ਕਿ ਅਸੀਂ ਸੇਵਾ ਵਾਲੇ ਪੱਖੋਂ ਰਹੇ ਆ। ਸਾਨੂੰ ਮਿਲਿਆ ਹਨਾ, ਗੁਰਤੀ 'ਚ ਮਿਲੀ ਆ ਚਾਹ ਪਾਣੀ ਲੰਗਰ ਪਾਣੀ ਦਾ ਪ੍ਰਸ਼ਾਦੇ ਦਾ। ਸੋ ਜੋ ਵੀ ਵੀਰ ਭਰਾ ਆਉਂਦੇ ਹਨਾ, ਉਹਨਾਂ ਦੇ ਬਹਿਣ ਵਾਸਤੇ ਥਾਂ ਸੋਹਣੀ ਹੋਣੀ ਚਾਹੀਦੀ ਹੈ, ਕਿਉਂਕਿ ਸਦਾ ਤਾਂ ਕਿਸੇ ਨੇ ਬਹਿਣਾ ਨਹੀਂ ਹੁੰਦਾ। ਸੋ ਅਸੀਂ ਉਸ ਨੂੰ ਰੱਖ ਕੇ ਅੱਜ ਦੇ ਯੁੱਗ ਦੇ ਹਿਸਾਬ ਦੇ ਨਾਲ ਹਨਾ, ਜਿਵੇਂ ਸਮਾਂ ਚੱਲ ਰਿਹਾ, ਸੋ ਉਹਨੂੰ ਮੈਂ ਇੱਕ ਥੋੜਾ ਜਿਹਾ ਮਾਡਰਨ ਵੀ ਦਿੱਤਾ ਔਰ ਕਲਾਸਿਕ ਵੀ ਆ। ਉਹਨੂੰ ਆਪਾਂ ਕਲਾਸਿਕ ਵੀ ਕਹਿ ਸਕਦੇ ਆ ਔਰ ਅੱਜ ਦੇ ਬੱਚਿਆਂ ਲਈ ਉਹ ਮਾਡਰਨ ਵੀ ਆ। ਸੋ ਉਹਨੂੰ ਤਾਂ ਅਸੀਂ ਬਣਾਇਆ, ਕੋਈ ਜਦੋਂ ਬਾਹਰੋਂ ਆਉਂਦਾ ਤਾਂ ਉਹ ਜ਼ਰੂਰ ਉਹਦਾ ਆਨੰਦ ਲੈਂਦਾ, ਝੱਟ ਸਮਾਂ ਆਪਦਾ ਬਤੀਤ ਕਰਦਾ। ਉਹ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਸਰਪੰਚਾਂ ਨੂੰ? ਕਹਿੰਦੇ ਕਈ ਪਿੰਡਾਂ ਦੇ ਤਾਂ ਵਿਕਾਸ ਨਹੀਂ ਹੁੰਦੇ, ਬਹੁਤ ਮਾੜੇ ਹਾਲ ਹੁੰਦੇ ਆ, ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ? ਵੀਰੇ ਸਰਪੰਚਾਂ ਨੂੰ ਸੁਨੇਹੇ ਦੇਣ ਵਾਲੇ ਤਾਂ ਬਹੁਤ ਨੇ, ਲੰਘ ਲੈਣ ਦਿਓ ਉਹਨਾਂ ਨੂੰ। ਸਭ ਤੋਂ ਵੱਡਾ ਸੁਨੇਹਾ ਤਾਂ ਸਰਪੰਚਾਂ ਨੂੰ ਇਹ, ਸਰਪੰਚਾਂ ਨਾਲੋਂ ਪਹਿਲਾਂ ਲੋਕਾਂ ਨੂੰ ਦੇਣ ਵਾਲਾ। ਜਦੋਂ ਲੋਕ ਚੋਣ ਹੀ ਸਹੀ ਨਹੀਂ ਕਰਦੇ ਤੇ ਫਿਰ ਅਸੀਂ ਅਫਸੋਸ ਕਿਉਂ ਕਰਦੇ ਹਾਂ? ਜਦੋਂ ਇੱਕ ਕਿਸੇ ਅਨਪੜ੍ਹ ਬੰਦੇ ਦੇ ਹੱਥ ਤੁਸੀਂ ਵਾਗਡੋਰ ਦੇ ਦਿੰਦੇ ਹੋ ਔਰ ਉਹਦੇ ਤੋਂ ਐਕਸਪੈਕਟ ਕਰਦੇ ਹੋ ਕਿ ਉਹ ਤੁਹਾਨੂੰ MBA ਕਰਾ ਦੂਗਾ, ਤਾਂ ਸ਼ਾਇਦ ਉਹ ਨਹੀਂ ਕਰਾ ਸਕਦਾ। ਸੋ ਲੋਕਾਂ ਨੂੰ ਪਹਿਲਾਂ ਸੋਚਣਾ ਪਊਗਾ ਵੀ ਅਸੀਂ ਜਿਹਦੇ ਹੱਥ ਦੇ ਵਿੱਚ ਪਿੰਡ ਦੀ ਕਮਾਂਡ ਦੇਣ ਲੱਗੇ ਆ ਉਹ ਤੇ ਬਰਾਬਰ ਹੈਗਾ। ਔਰ ਇੱਕ ਗੱਲ ਨੰਬਰ 2, ਜਿਹੜਾ ਬੰਦਾ ਇਹ ਕਹਿੰਦਾ ਕਿ ਮੈਂ ਸਰਪੰਚੀ ਲੈਣੀ ਹੈ ਜਾਂ ਮੈਂ ਸਰਪੰਚੀ ਕਰਨੀ ਹੈ, ਕਿ ਉਹ ਆਪਣਾ ਸਮਾਂ ਸਰਪੰਚੀ ਨੂੰ ਦੇ ਸਕਦਾ? 2 ਨੰਬਰ 3, ਸਿਆਣੇ ਕਹਿੰਦੇ ਜੀ ਕਦੀ ਕਿਸੇ ਦਾ ਭਲਾ ਕਰਨਾ ਹੋਵੇ ਤਾਂ ਪਹਿਲਾਂ ਕਰ ਗਵਾਈ ਦਾ, ਔਰ ਗਵਾਉਣ ਤੋਂ ਬਗੈਰ ਭਲਾ ਹੋ ਹੀ ਨਹੀਂ ਸਕਦਾ। ਜੇਕਰ ਮੈਂ ਕਹਾਂ ਜੀ ਮੇਰਾ 100 ਰੁਪਈਆ ਲੱਗਾ ਤੇ 100 ਮੈਨੂੰ ਮਿਲ ਜਾਵੇ ਤਾਂ ਫਿਰ ਉਹ ਸੇਵਾ ਨਹੀਂ ਹੁੰਦੀ, ਉਹ ਇਕੱਲੀ ਸਰਪੰਚੀ ਹੁੰਦੀ ਆ। ਠੀਕ ਹੈ ਜੀ। ਸੋ ਲੋਕਾਂ ਨੂੰ ਪਹਿਲਾਂ ਆਪਣਾ ਜਿਹੜਾ ਸੋਚ ਹੈ, ਜਿਹੜਾ ਮਿਆਰ ਹੈ, ਉਹਨੂੰ ਦਰੁਸਤ ਕਰਨਾ ਚਾਹੀਦਾ ਔਰ ਸਿਲੈਕਸ਼ਨ ਇਹ ਕਰਨੀ ਚਾਹੀਦੀ ਹੈ ਕਿ ਜਿਹਦੇ ਹੱਥੋਂ ਪਿੰਡ 5-6 ਬੰਦਿਆਂ ਦੀ ਵਾਗਡੋਰ ਦਿੰਦੇ ਆ ਕਿ ਉਹ ਸਮਾਂ ਦਿੰਦੇ ਆ, ਉਹਦੇ ਅਨੁਕੂਲ ਨੇ, ਕਿ ਉਹਨਾਂ ਦੀ ਬਿਰਤੀ, ਉਹਨਾਂ ਦੀ ਸੋਚ ਹੈਗੀ ਵੀ ਉਹ ਕੁਝ ਕਰ ਸਕਣਗੇ। ਐਵੇਂ ਨਾ ਹੋਵੇ ਵੀ ਅਸੀਂ ਅੱਖਾਂ ਬੰਦ ਕਰਕੇ ਆਪਣੇ ਬੱਚਿਆਂ ਦਾ ਭਵਿੱਖ ਕਿਸੇ ਦੇ ਅੱਗੇ ਢੇਰੀ ਕਰ ਦਈਏ ਵੀ ਹੁਣ ਤੇਰੇ ਕੋਲ ਹੀ ਤੂੰ ਭਾਵੇਂ ਮਾਰ ਤੇ ਭਾਵੇਂ ਛੱਡ, ਕਿਉਂਕਿ ਇਹ ਸਮਾਂ ਤਾਂ ਵੇਖੋ ਚੱਲਦਾ ਰਹਿਣਾ। ਤੇ ਪਿੰਡ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਸਕਦਾ। ਜ਼ਰੂਰੀ ਨਹੀਂ ਕਿ ਚੰਡੀਗੜ੍ਹ ਹੀ ਨਿਭਾ ਸਕਦਾ ਜਾਂ ਸਰਕਾਰੀ ਸੈਕਟਰੀਏਟ ਹੀ ਨਿਭਾ ਸਕਦਾ, ਪਿੰਡ ਵੀ ਬਹੁਤ ਨਿਭਾ ਸਕਦਾ। ਕਿਉਂਕਿ ਅਗਰ ਪਿੰਡ ਦੀ ਪੰਚਾਇਤ ਚਾਹੇ ਤਾਂ ਉਹ ਇੱਕ ਨਿਵੇਕਲੀ ਤਰ੍ਹਾਂ ਦੇ ਸਕੂਲ ਸਟਾਰਟ ਕਰ ਸਕਦੀ ਹੈ, ਜਿੱਥੋਂ ਅਸੀਂ ਸਿੱਖਿਆ ਦਾ ਮਿਆਰ ਵੀ ਉੱਚਾ ਚੱਕ ਸਕਦੇ ਹਾਂ। ਬੰਦੇ ਦੀ ਆਮਦਨ ਜਿਹੜੀ ਹੈ ਉਹ ਵੀ ਮਤਲਬ ਉਹਦਾ ਜਿਹੜਾ ਖਰਚਾ ਉਹ ਵੀ ਕੰਟਰੋਲ ਕਰ ਸਕਦੇ ਹਾਂ, ਕਿਉਂਕਿ ਅੱਜ ਕੱਲ੍ਹ ਖਰਚਾ ਹੋ ਕਿਤੇ ਰਿਹਾ, ਇੱਕ ਪੜ੍ਹਾਈ ਤੇ ਦੂਜਾ ਦਵਾਈ ਤੇ। ਸੋ ਇਹ ਪੰਚਾਇਤ ਹੈ ਜਿਹੜੀ ਇਹ ਦੋਵੇਂ ਕੰਮ ਕਰ ਸਕਦੀ ਹੈ ਅਗਰ ਕੋਈ ਕਰਨਾ ਚਾਹੇ ਤਾਂ। ਬਹੁਤ ਸ਼ੁਕਰੀਆ ਸਮਾਂ ਦੇਣ ਲਈ ਤਾਂ ਪਿੰਡ ਦਾ ਹਾਲ ਦੱਸਣ ਲਈ। ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਆਏ ਹੋ। ਜੀ ਆਇਆਂ ਨੂੰ। ਥੈਂਕ ਯੂ ਸਰ। ਸੋ ਸਾਡੇ ਨਾਲ ਹੋਤੀਪੁਰ ਦੇ ਸਰਪੰਚ ਸੀ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ। ਤਾਂ ਉੱਥੇ ਜਿਵੇਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿਸ ਕਦਰ ਸਰਪੰਚ ਸਾਹਿਬ ਦਾ ਪਿੰਡ ਨੂੰ ਯੋਗਦਾਨ ਹੈ, ਤਾਂ ਉੱਥੇ ਕਿਵੇਂ ਕੰਧਾਂ ਦੇ ਉੱਤੇ ਤਸਵੀਰਾਂ ਬਣਾਈਆਂ ਹੋਈਆਂ ਨੇ, ਕਿਵੇਂ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਨੇ। ਤਾਂ ਬਹੁਤ ਬਰੀਕੀ ਦੇ ਨਾਲ ਸੋਚ, ਕਿਉਂਕਿ ਅਗਰ ਰਹਿਣਾ ਸਰਪੰਚ ਸਾਹਿਬ ਨੇ ਬਾਹਰ ਵੀ ਰਹਿ ਸਕਦੇ ਸੀ ਕਿ ਫੋਰਨ ਦੇ ਵਿੱਚ, ਪਰ ਇੱਥੇ ਜਿਹੜਾ ਪਿੰਡ ਨੂੰ ਫੋਰਨ ਬਣਾ ਦਿੱਤਾ। ਤਾਂ ਇਸ 'ਤੇ ਗੱਲ ਵਿੱਚ ਕੀਤੀ ਜਾਵੇ, ਪਿੰਡਾਂ ਦਾ ਹਾਲ ਵੈਸੇ ਮਾੜਾ ਹੀ ਹੈ ਜੇ ਗੱਲ ਕੀਤੀ ਜਾਵੇ, ਕਿਉਂਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਦਵਾਈ ਜਿਹੜੀ ਸਿਹਤ ਸਹੂਲਤਾਂ ਉਹ ਬਹੁਤ ਜ਼ਰੂਰੀ ਨੇ, ਇਹ ਚੀਜ਼ਾਂ ਨਹੀਂ ਮਿਲ ਰਹੀਆਂ। ਹੋਰ ਜਿਹੜੀਆਂ ਸਰਕਾਰਾਂ ਨੂੰ ਕੰਮ ਕਰਨੇ ਚਾਹੀਦੇ ਆ ਉਹ ਨਹੀਂ ਮਿਲ ਰਹੇ। ਅਸਲ ਦੇ ਵਿੱਚ ਪਿੰਡਾਂ ਦਾ ਸੁਧਾਰ ਤਾਂ ਹੀ ਹੋਏਗਾ ਅਗਰ ਜੇ ਪੰਚਾਇਤਾਂ ਸਰਕਾਰਾਂ ਇਕੱਠੀਆਂ ਹੋਣਗੀਆਂ, ਕੰਮ ਤਾਂ ਹੋਣਗੇ। ਇਸ ਦੇ ਵਿੱਚ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ। ਕੈਮਰੇ ਸਾਥ ਜੋਗਦੇ ਸੀ ਅਮਨਦੀਪ ਸਿੰਘ। ਧੰਨਵਾਦ।